25 ਸਾਲਾਂ ਦੇ ਲੰਬੇ ਵਕਫੇ ਤੋਂ ਬਾਅਦ ਬੀਜੇਪੀ ਦੀ ਬੁੱਕਲ ਵਿੱਚੋਂ ਨਿਕਲ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਜ਼ਮੀਨ ਖਿਸਕਦੀ ਵੇਖ ਮੁੜ ਦਲਿਤ ਪੱਤਾ ਖੇਡਿਆ ਹੈ। ਖੁਦ ਨੂੰ ਦਲਿਤ ਭਾਈਚਾਰੇ ਦੀ ਨੁਮਾਇੰਦਾ ਅਖਵਾਉਂਦੀ ਧਿਰ ਬਹੁਜਨ ਸਮਾਜ ਪਾਰਟੀ ਨਾਲ ਹੋਏ ਇਸ ਗੱਠਜੋੜ ਸਹਾਰੇ ਪੰਜਾਬ ਦੇ 32% ਦਲਿਤ ਵੋਟ ਬੈਂਕ ਤੇ ਅਕਾਲੀ ਦਲ ਦੀ ਨਜ਼ਰ ਹੈ। ਕਿਸਾਨੀ ਖਾਸ ਕਰ ਸਿੱਖ ਵੋਟ ਬੈਂਕ 'ਚ ਚੰਗੀ ਪੈਠ ਰੱਖਦੇ ਸ਼੍ਰੋਮਣੀ ਅਕਾਲੀ ਦਲ ਦੀ ਤਾਜ਼ਾ ਸੂਰਤ-ਏ-ਹਾਲ ਇਹ ਹੈ ਕਿ ਨਾ ਕਿਸਾਨੀ ਮੂੰਹ ਲਗਾ ਰਹੀ ਹੈ, ਉਲਟਾ ਪੰਥਕ ਹਲਕਿਆਂ ਵਿੱਚ ਪੈਰ ਉਖੜ ਚੁੱਕੇ ਹਨ। ਲਿਹਾਜ਼ਾ ਇਸ ਗੱਠਜੋੜ ਜ਼ਰੀਏ 1996 ਵਾਲਾ ਕ੍ਰਿਸ਼ਮਾ ਦੁਹਰਾਉਣ ਦੀ ਉਮੀਦ ਦੋਵੇਂ ਧਿਰਾਂ ਕਰ ਰਹੀਆਂ ਹਨ, ਜਦੋਂ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਅਕਾਲੀ ਬਸਪਾ ਗੱਠਜੋੜ ਨੇ 13 ਵਿੱਚੋਂ 11 ਸੀਟਾਂ ਫਤਿਹ ਕਰ ਹੁੰਜਾ ਫੇਰਿਆ ਸੀ। ਪਰ ਹੁਣ ਬਸਪਾ ਦੀ ਪੰਜਾਬ ਵਿੱਚ ਕੀ ਹੋਂਦ ਹੈ ਕਿਸੇ ਤੋਂ ਲੁਕੀ ਨਹੀਂ। ਜੇ ਪੰਜਾਬ ਵਿੱਚ ਸਭ ਤੋਂ ਵੱਡਾ ਵੋਟ ਬੈਂਕ ਹੋਣ ਦੇ ਬਾਵਜੂਦ ਬਸਪਾ ਵਜੂਦ ਬਚਾਉਣ ਲਈ ਹੱਥ ਪੈਰ ਮਾਰ ਰਹੀ ਹੈ ਤਾਂ ਅਕਾਲੀ ਦਲ ਪੰਥਕ ਹਲਕਿਆਂ ਵਿੱਚੋਂ ਸੁੰਗੜੇ ਆਧਾਰ ਲਈ ਸਹਿਕ ਰਿਹਾ ਹੈ। ਵਿਰੋਧੀ ਸਿਆਸੀ ਧਿਰਾਂ ਦੀ ਨਜ਼ਰ ਵਿੱਚ ਇਹ ਗੱਠਜੋੜ ਮਹਿਜ ਵੋਟ ਰਣਨੀਤੀ ਦਾ ਹਿੱਸਾ ਹੈ, ਪਰ ਰਿਟਾਇਰ ਪ੍ਰੋਫੈਸਰ ਮਨਜੀਤ ਸਿੰਘ ਇਸ ਗੱਠਜੋੜ ਵਿੱਚੋਂ ਪੰਜਾਬ ਦੇ ਸਮਾਜਿਕ ਤਾਣੇ ਬਾਣੇ ਵਿੱਚ ਬਦਲਾਅ ਦੀਆਂ ਨਵੀਆਂ ਸੰਭਾਵਨਾਵਾਂ ਵੇਖ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਜ਼ਾਹਰ ਤੌਰ ਤੇ ਪੰਜਾਬੀ ਸਮਾਜ ਵਿੱਚ ਦਲਿਤ ਤੇ ਜੱਟਾਂ ਦਰਮਿਆਨ ਉਭਰੀ ਵੰਡ ਘਟੇਗੀ। ਇਹ ਤਲਖ ਸੱਚਾਈ ਹੈ ਕਿ ਅੱਜ ਵੀ ਦਲਿਤ ਸਮਾਜ ਪੰਜਾਬ ਵਿੱਚ ਗਰੀਬੀ ਦੀ ਜਕੜ ਵਿੱਚ ਹੈ, ਉਤਪੀੜਨ ਦਾ ਸ਼ਿਕਾਰ ਹੈ, ਆਰਥਿਕ ਤੌਰ ਤੇ ਹਾਸ਼ੀਏ ਉੱਪਰ ਹੈ। ਭੂਮੀਹੀਣ ਦਲਿਤ ਅੱਜ ਪਿੰਡੂ ਸਮਾਜ ਵਿੱਚ ਗੁਰਬਤ ਹੰਢਾ ਰਹੇ ਹਨ। ਪਿੰਡਾਂ ਵਿੱਚ ਉਹਨਾਂ ਦੀ ਦਿਹਾੜੀ ਤੈਅ ਕਰ ਦੇਣ ਦੇ ਮਤੇ ਪੈ ਰਹੇ ਹਨ। ਉਹ ਬੇਮਾਲਕ ਹਨ, ਪੰਚਾਇਤੀ ਜ਼ਮੀਨਾਂ ਲਈ ਸੰਘਰਸ਼ ਕਰ ਰਹੇ ਹਨ। ਇਹ ਤਲਖ ਸੱਚਾਈ ਹੈ ਕਿ ਨੁਮਾਇੰਦਾ ਸਿੱਖ ਸੰਸਥਾਵਾਂ ਸ਼ੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਕੋਲ ਰਹੀਆਂ ਹਨ, ਪਰ ਉਹਨਾਂ ਨੇ ਦਲਿਤ ਉਥਾਨ ਲਈ ਕੀ ਕੀਤਾ ਦੱਸਣ ਸੁਣਾਉਣ ਨੂੰ ਕੁਝ ਨਹੀਂ ਹੈ। ਪਰ ਅਕਾਲੀ ਦਲ ਬਾਦਲ ਦਾ ਮੁਖੀ ਬਾਹਾਂ ਉਲਾਰ ਹੁਣ ਖੁਦ ਨੂੰ ਦਲਿਤ ਮਸੀਹਾ ਬਣਨ ਨੂੰ ਆਮਾਦਾ ਹੈ। ਪਰ ਜਿੰਨੇ ਦਲਿਤਾਂ ਤੇ ਅਤਿਆਚਾਰ ਦੇ ਇਲਜ਼ਾਮ ਇਹਨਾਂ ਦੀ ਸੱਤਾ ਵੇਲੇ ਲੱਗੇ ਉਹ ਕਿਸੇ ਤੋਂ ਭੁੱਲੇ ਨਹੀਂ। ਇਹ ਸਵਾਲ ਵਿਰੋਧੀ ਧਿਰਾਂ ਪੁੱਛ ਰਹੀਆਂ ਹਨ। ਕੁਝ ਮਾਹਿਰਾਂ ਦੀ ਦਲੀਲ ਹੈ ਕਿ ਸਿਧਾਂਤਕ ਤੌਰ ਤੇ ਇਹ ਗੱਠਜੋੜ ਸਿਰਫ ਰਾਜਨੀਤਿਕ ਗੱਠਜੋੜ ਨਹੀਂ ਬਲਕਿ ਇੱਕ ਸਮਾਜਿਕ ਗੱਠਜੋੜ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜੱਟ ਸਿੱਖ ਅਤੇ ਬਸਪਾ ਦਾ ਦਲਿਤ ਖਾਸ ਕਰ ਰਵਿਦਾਸੀਆ ਜੱਟ ਵਿੱਚ ਚੰਗਾ ਪ੍ਰਭਾਵ ਹੈ। ਯਾਦ ਰੱਖੋ ਕਿ ਕਿਸੇ ਵੀ ਰਾਜ ਵਿੱਚ ਦਲਿਤਾਂ ਦਾ ਸਭ ਤੋਂ ਵੱਧ ਅਨੁਪਾਤ ਪੰਜਾਬ ਵਿੱਚ ਹੈ, ਜਿਸ ਵਿੱਚ ਜੱਟ ਇੱਕ ਮਹੱਤਵਪੂਰਨ ਹਿੱਸਾ ਹਨ। ਵਿਚਾਰਧਾਰਾ ਪੱਖੋਂ ਵੀ ਗੱਠਜੋੜ ਨੂੰ ਪੰਥਕ ਅਤੇ ਅੰਬੇਦਕਾਰੀ ਰਾਜਨੀਤੀ ਵਿਚਾਲੇ ਗੱਠਜੋੜ ਵਜੋਂ ਪੇਸ਼ ਕੀਤਾ ਜਾਵੇਗਾ। ਸੂਬੇ ਦੇ ਸਿਆਸੀ ਸਮੀਕਰਨਾਂ ਦੇ ਨਜ਼ਰੀਏ ਤੋਂ ਸਮਝੀਏ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੋਵਾਂ ਨੂੰ ਹੀ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਸ਼ੀਏ ਵੱਲ ਧੱਕ ਦਿੱਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਦਾ ਵੋਟ ਫੀਸਦ 2012 ਵਿੱਚ 36.6% ਤੋਂ ਘਟ ਕੇ 25.2% ਹੋ ਗਿਆ, ਜਦਕਿ ਬਸਪਾ ਦਾ ਹਿੱਸਾ 4.3% ਤੋਂ ਘਟ ਕੇ 1.5% ਹੀ ਰਹਿ ਗਿਆ। ਲਾਭ ਜ਼ਿਆਦਾਤਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਹੀ ਮਿਲਿਆ। ਹਾਲਾਂਕਿ ਉਹਨਾਂ ਦੀ ਕਿਸਮਤ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਦੋਹਾਂ ਦੀ ਕੁਝ ਵਾਪਸੀ ਹੋਈ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ 27.8% ਅਤੇ ਬਸਪਾ ਨੇ 3.5% ਵੋਟਾਂ ਹਾਸਲ ਕੀਤੀਆਂ। ਸ਼੍ਰੋਮਣੀ ਅਕਾਲੀ ਦਲ ਜੋ ਕਿ ਉਸ ਵੇਲੇ ਭਾਜਪਾ ਨਾਲ ਗੱਠਜੋੜ ਵਿੱਚ ਸੀ, ਫਿਰੋਜ਼ਪੁਰ ਅਤੇ ਬਠਿੰਡਾ ਤੋਂ ਜਿੱਤੇ, ਜਦਕਿ ਬਸਪਾ ਨੇ ਚੋਣਾਂ ਲੜੀਆਂ 3 ਸੀਟਾਂ ਤੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਲੰਧਰ ਵਿੱਚ 20%, ਅਨੰਦਪੁਰ ਸਾਹਿਬ ਵਿੱਚ 13.5% ਅਤੇ ਹੁਸ਼ਿਆਰਪੁਰ ਵਿੱਚ 13% ਵੋਟ ਮਿਲੇ, ਜੋ ਫਿਲਹਾਲ ਬਸਪਾ ਦੀ ਪੰਜਾਬ ਵਿੱਚ ਮੁੜ ਉਮੀਦ ਜਗਾ ਰਹੇ ਹਨ। ਆਮ ਆਦਮੀ ਪਾਰਟੀ ਨੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਸੀ, ਜਿਸ ਨੇ 13 ਵਿੱਚੋਂ 4 ਸੀਟਾਂ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਰਜ ਕਰਕੇ ਹੈਰਾਨੀ ਜ਼ਾਹਰ ਕੀਤੀ ਸੀ, ਜਿਸ ਵਿੱਚ ਉਸਨੇ ਸ਼੍ਰੋਮਣੀ ਅਕਾਲੀ ਦਲ ਦੀਆਂ 15 ਦੇ ਮੁਕਾਬਲੇ 20 ਸੀਟਾਂ ਜਿੱਤੀਆਂ ਅਤੇ ਮੁੱਖ ਵਿਰੋਧੀ ਪਾਰਟੀ ਵਜੋਂ ਉੱਭਰੀ ਸੀ। ਤਾਂ ਇਸ ਜਿੱਤ ਵਿੱਚ ਦਲਿਤ ਵੋਟ ਬੈਂਕ ਦਾ ਵੀ ਚੰਗਾ ਖਾਸਾ ਯੋਗਦਾਨ ਸੀ। ਹਾਲਾਂਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ 23 ਸੀਟਾਂ ਤੇ ਅਗਵਾਈ ਕੀਤੀ ਅਤੇ ਆਪ ਸਿਰਫ 7 ਸੀਟਾਂ ਤੇ ਹੀ ਅੱਗੇ ਵਧਦੀ ਨਜ਼ਰ ਆਈ। ਬਸਪਾ 2 ਵਿਧਾਨ ਸਭਾ ਹਲਕਿਆਂ ਵਿੱਚ ਮੋਰੀ ਰਹੀ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੱਟ ਸਿੱਖਾਂ ਦੀਆਂ ਵੋਟਾਂ ਹਾਸਲ ਕੀਤੀਆਂ, ਜਿਹੜੀਆਂ ਉਹ ਆਪ ਨੂੰ 2017 ਵਿੱਚ ਗਵਾ ਚੁੱਕੇ ਸਨ। ਜੇ ਸ਼੍ਰੋਮਣੀ ਅਕਾਲੀ ਦਲ ਖੇਤੀ ਕਾਨੂੰਨਾਂ ਲਈ ਸ਼ੁਰੂਆਤੀ ਸਮਰਥਨ ਦੇ ਕਾਰਨ ਜ਼ਮੀਨ ਨਹੀਂ ਗਵਾ ਰਿਹਾ ਤਾਂ ਇਹ ਬਸਪਾ ਦੀ ਸਹਾਇਤਾ ਨਾਲ ਮੁੱਖ ਵਿਰੋਧੀ ਧਿਰ ਵਜੋਂ ਉਭਰਨ ਦੀਆਂ ਸੰਭਾਵਨਾਵਾਂ ਨੂੰ ਕਲਪ ਸਕਦਾ ਹੈ। ਬਸਪਾ ਆਪਣੀ ਤਰਫੋਂ ਦੁਆਬੇ ਦੇ ਦਲਿਤ ਵੋਟਰਾਂ ਵਿੱਚ ਆਪਣੀ ਹਮਾਇਤ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ, ਜਿਹੜੀ 2017 ਦੀਆਂ ਚੋਣਾਂ ਵਿੱਚ ਬਹੁਤ ਵੱਡੇ ਤਰੀਕੇ ਨਾਲ ਕਾਂਗਰਸ ਵਿੱਚ ਬਦਲ ਗਈ ਸੀ। ਸੋ ਗੱਠਜੋੜ ਨਿਰੋਲ ਸਿਆਸੀ ਵੋਟ ਰਾਜਨੀਤੀ ਦਾ ਹਿੱਸਾ ਹੈ ਜਾਂ ਪੰਜਾਬ ਵਿੱਚ ਵੱਡੇ ਸਮਾਜਿਕ ਬਦਲਾਅ ਦਾ ਸੂਚਕ, ਪਰ ਦੋਹਾਂ ਧਿਰਾਂ ਦੀ ਵੋਟ ਰਾਜਨੀਤੀ ਦੇ ਤਕਾਜ਼ੇ ਤੋਂ ਇੱਕ ਦੂਜੇ ਦੇ ਨੇੜੇ ਆਉਣਾ ਮੌਜੂਦਾ ਹਾਲਾਤਾਂ ਵਿੱਚ ਮਹਿਜ ਸਿਆਸੀ ਮਜਬੂਰੀ ਤੋਂ ਵੱਧ ਕੁਝ ਨਹੀਂ। ਪੰਜਾਬ ਦੇ ਸਮਾਜਿਕ ਤਾਣੇ ਬਾਣੇ ਤੇ ਇਸ ਦੇ ਕੀ ਹਾਂ ਪੱਖੀ ਅਸਰ ਰਹਿੰਦੇ ਹਨ, ਇਹ ਸਮਾਂ ਤੈਅ ਕਰੇਗਾ, ਪਰ ਦੋਹਾਂ ਧਿਰਾਂ ਦੀ ਨਜ਼ਰ ਵਿੱਚ ਇਹ ਗੱਠਜੋੜ ਫਿਲਹਾਲ ਇਤਿਹਾਸਕ ਹੈ।
ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।